ਨਾਮ ਵਾਹਿਗੁਰੂ। ਛੁਟਤ ਪ੍ਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ। ਤੇ ਪੀਵਹਿ ਸੰਤ ਕਰਹਿ ਮਨ ਮੱਜਨ, ਪੁੱਬ ਜਿਨਹੁ ਸੇਵਾ ਕਰਿਆ। ਤੈਨ ਭਾਉ ਨਿਵਾਰ ਅਨ ਭੈ ਪਦ ਦੀਨਾ, ਸ਼ਬਦ ਮਾਤਰ ਤੇ ਉਦਰ ਧਰੇ। ਕਬ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਾਰ ਭਰੇ। ਸਤਿਗੁਰ ਮਤਿ ਗੂੜ ਬਿਮਲ ਸਤ ਸੰਗਤ, ਆਤਮ ਰੰਗ ਚਲੂਲ ਭਇਆ। ਜਾਗਿਆ ਮਨ ਕਬਲ ਸਹਿਜ ਪ੍ਰਗਾਸਿਆ, ਅਭੈ ਨਿਰੰਜਨ ਘਰ ਹੈ ਲਹਾ। ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ, ਤਿਸ ਪ੍ਰਸਾਦ ਵਸ ਪੰਚ ਕਰੇ। ਕਬ ਕਲ ਠਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਾਰ ਭਰੇ। ਹੋਵੈ ਸਿਫਤ ਖਸਮਦੀ, ਨੂਰ ਅਰਸੋਂ ਕੁਰਸੋਂ ਝਟਿਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟਿਆ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪੰਜਵਾ। ਪਾਨੀ ਪੱਖਾ ਪੀਸੋ ਸੰਤ ਆਗਾ, ਗੁਣ ਗੋਵਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰਾ, ਇਹੋ ਬਿਸਰਾਮ ਨਿਧ ਪਾਈ। ਪਾਨੀ ਪੱਖਾ ਪੀਸੋ ਸੰਤ ਆਗਾ, ਗੁਣ ਗੋਵਿੰਦ ਜਸ ਗਾਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ, ਇਸ ਮਹਾਨ ਸ਼੍ਰੋਮਣੀ ਗੁਰੂ ਕੇਂਦਰ ਤੀਰਥ ਸਥਾਨ ਦੀਆਂ ਯਾਤਰਾਵਾਂ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਸੰਗਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿਖੇ ਜੁੜ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤ ਸੰਗਤ ਦਾ ਆਨੰਦ ਮਾਣ ਰਹੇ ਹੋ। ਪੰਜ ਬਾਣੀਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਆਪ ਜੀ ਨੇ ਸਰਵਣ ਕੀਤੀਆਂ ਹਨ। ਉਸ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕਰਕੇ ਆਨੰਦ ਮਾਣਿਆ ਹੈ। ਇਸ ਮਹਾਨ ਕੀਰਤਨ ਦੀ ਦਾਤ ਸਭ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਉੱਤੇ ਮਹਾਨ ਰਹਿਮਤਾਂ ਕਰਕੇ ਬਖਸ਼ਿਸ਼ ਕਰਕੇ ਸਾਡੀ ਝੋਲੀ ਵਿੱਚ ਪਾਈ।
ਔਰ ਨਾਲ ਨਾਲ ਗੁਰਬਾਣੀ ਦੀ ਕਥਾ ਦੀ ਦਾਤ ਦੀ ਵੀ ਸਤਿਗੁਰੂ ਜੀ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ ਐਸਾ ਮਹਾਨ ਕੀਰਤਨ ਦਾ ਖਜ਼ਾਨਾ ਅੱਠੇ ਪਹਿਰ ਦਾ ਸਾਨੂੰ ਬਖਸ਼ਿਸ਼ ਕੀਤਾ ਹੈ। ਪਾਰ ਬ੍ਰਹਮ ਹੋਆ ਸਹਾਈ ਕਥਾ ਕੀਰਤਨ ਸੁਖਦਾਈ। ਸੁਖਾਂ ਨੂੰ ਦੇਣ ਵਾਲੀ ਇਹ ਮਹਾਨ ਦਾਤ ਕੀਰਤਨ ਔਰ ਕਥਾ ਉਦੋਂ ਇਸ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਇਸ ਜੀਵ ਪੂਰਬਲੇ ਪਵਿੱਤਰ ਕਰਮਾਂ ਕਰਕੇ ਸ਼ੁਭ ਕਰਮਾਂ ਕਰਕੇ ਇਸ ਜੀਵ ਨੂੰ ਸੰਸਾਰ ਭੌਡਲ ਤੋਂ ਤਾਰਨਾ ਚਾਹੁੰਦਾ ਹੈ, ਇਸ ਦਾ ਉਧਾਰ ਕਰਨਾ ਚਾਹੁੰਦਾ ਹੈ। ਇਸ ਪ੍ਰਾਣੀ ਮਾਤਰ ਦੇ ਮਨੁੱਖਾ ਜੀਵਨ ਦੀ ਵਾਹਿਗੁਰੂ ਜਦੋਂ ਕਲਿਆਣ ਕਰਨੀ ਚਾਹੁੰਦਾ ਹੈ, ਫਿਰ ਕੀਰਤਨ ਕਥਾ ਦੀ ਦਾਤ ਸੁਣਨ ਵਾਸਤੇ ਸਤ ਸੰਗਤ ਦੇ ਅੰਦਰ ਪ੍ਰਾਪਤ ਹੁੰਦੀ ਹੈ। ਅੱਜ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸ਼੍ਰੀ ਮੁਖਵਾਕ ਸਾਨੂੰ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਦਰ ਤੋਂ ਸੇਵਾ ਦੀ ਦਾਤ ਕਿਵੇਂ ਪ੍ਰਾਪਤ ਕਰਨੀ ਹੈ, ਸੇਵਾ ਦੀ ਦਾਤ ਕਿਵੇਂ ਮੰਗਣੀ ਹੈ, ਔਰ ਸੇਵਾ ਨੂੰ ਪ੍ਰਾਪਤ ਕਰਕੇ ਬਖਸ਼ਿਸ਼ਾਂ ਕੀ ਪ੍ਰਾਪਤ ਹੁੰਦੀਆਂ ਹਨ, ਉਹ ਪਰਮ ਪਵਿੱਤਰ ਉਪਦੇਸ਼ ਸਾਨੂੰ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਮ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਪਾਨੀ ਪੱਖਾ ਪੀਸੋ ਸੰਤ ਆਗਾ। ਜੀਵਨ ਦੇ ਵਿੱਚ ਸੰਗਤ ਨੂੰ ਜਲ ਛਕਾਉਣਾ ਔਰ ਪੱਖਾ ਝੱਲਣਾ ਔਰ ਚੱਕੀ ਵਿੱਚ ਦਾਣੇ ਪੀਸ ਕੇ ਸੰਗਤ ਨੂੰ ਲੰਗਰ ਛਕਾਉਣਾ, ਇਹ ਤਿੰਨ ਸੇਵਾਵਾਂ ਦਾ ਬਹੁਤ ਵੱਡਾ ਮਹਾਤਮ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਔਰ ਜਿਹੜੇ ਸੰਤ ਹੈ ਉਹਨਾਂ ਦੇ ਅੱਗੇ ਕਹਿੰਦੇ ਇਹ ਸੇਵਾ ਕਰਨੀ ਹੈ। ਸੰਤ ਸ਼ਬਦ ਦਾ ਪ੍ਰਯੋਗ ਕਰਨਾ ਬਹੁਤ ਸੁਖੈਨ ਹੈ। ਸੰਤ ਸ਼ਬਦ ਦਾ ਨਾਮ ਹਰ ਪ੍ਰਾਣੀ ਜੋੜਨ ਵਿੱਚ ਮੈਂ ਵੇਖਦਾ ਅੱਜ ਦੇ ਯੁੱਗ ਵਿੱਚ ਬਹੁਤ ਕਾਹਲਾ ਹੈ। ਹਰ ਬੰਦਾ ਸੰਤ ਸ਼ਬਦ ਜੋੜਨ ਲੱਗਿਆ ਧਾਰਮਿਕ ਪੱਖ ਵਿੱਚ ਜਦੋਂ ਅਸੀਂ ਵੇਖਦੇ ਹਾਂ ਸੰਤ ਸ਼ਬਦ ਨੂੰ ਲਾਉਣ ਵਿੱਚ ਬੜੀ ਕਾਹਲੀ ਕੀਤੀ ਜਾਂਦੀ ਹੈ ਔਰ ਸੰਤ ਸ਼ਬਦ ਆਪਣੇ ਨਾਲ ਜੋੜ ਜੋੜ ਕੇ ਲੋਕ ਆਪਣੇ ਆਪ ਨੂੰ ਸੰਤ ਅਖਵਾਉਣ ਦੇ ਵਿੱਚ ਬੜਾ ਮਾਣ ਮਹਿਸੂਸ ਕਰਦੇ ਹੈ। ਪਰ ਸੰਤ ਬਣਨਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਸਤਿਗੁਰੂ ਜੀ ਨੇ ਸੰਤ ਦੀ ਅਵਸਥਾ ਦਾ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਜ਼ਿਕਰ ਕੀਤਾ ਹੈ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਹਨੂੰ ਅੱਠੇ ਪਹਿਰ ਸਵਾਸ ਗਰਾਸ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ ਉਹ ਸੰਤ ਹੈ। ਔਰ ਜਿਹੜਾ ਐਸੀ ਅਵਸਥਾ ਵਾਲਾ ਗੁਰਮੁਖ ਜਨ ਹੈ ਉਸ ਦੇ ਦਰਸ਼ਨ ਕਰਕੇ ਉਹਦੀ ਸੰਗਤ ਕਰਕੇ ਉਸ ਪਾਸ ਬੈਠ ਕੇ ਵੀ ਮਹਿਸੂਸ ਹੋ ਜਾਂਦਾ ਹੈ। ਬਰਫ਼ ਦੀਆਂ ਪਹਾੜੀਆਂ ਕੋਲ ਜਾ ਕੇ ਠੰਡ ਮੰਗਣ ਦੀ ਲੋੜ ਨਹੀਂ ਪੈਂਦੀ, ਆਪੇ ਠੰਡ ਪ੍ਰਾਪਤ ਹੋਣ ਲੱਗ ਜਾਂਦੀ ਹੈ। ਬਿਰਛ ਕੋਲੇ ਜਾ ਕੇ ਸ਼ਾਨ ਦੀ ਸੀਤਲਤਾ ਨਹੀਂ ਮੰਗਣ ਦੀ ਲੋੜ,
ਆਪੇ ਸੀਤਲਤਾ ਮਿਲਣ ਲੱਗ ਜਾਂਦੀ ਹੈ। ਪਾਣੀ ਦੇ ਦਰਿਆ ਦੇ ਕਿਨਾਰੇ ਜਾ ਕੇ ਠੰਡਕ ਮਹਿਸੂਸ ਹੋਣ ਲੱਗ ਜਾਂਦੀ ਹੈ। ਜਿਸ ਦੀ ਐਸੀ ਅਵਸਥਾ ਹੈ ਜਿਹਨੂੰ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਉਹਦੀ ਸੰਗਤ ਕਰਕੇ ਉਹਦੇ ਪਾਸ ਬੈਠ ਕੇ ਮਹਿਸੂਸ ਹੋਣ ਲੱਗ ਜਾਂਦਾ ਹੈ। ਉਹਦੀ ਅਵਸਥਾ ਨੂੰ ਵੇਖ ਕੇ ਪਤਾ ਲੱਗ ਜਾਂਦਾ ਹੈ ਕਿ ਇਹ ਸੰਤ ਹੈ, ਜਿਹੜਾ ਵਿਕਾਰਾਂ ਤੋਂ ਰਹਿਤ ਹੋ ਗਿਆ। ਇੰਨੀ ਉੱਚੀ ਅਵਸਥਾ ਵਾਲੀ ਪਰਮ ਪਦਵੀ ਨੂੰ ਜਿਸ ਨੇ ਪ੍ਰਾਪਤ ਕਰ ਲਿਆ, ਔਰ ਜਿਹਦੇ ਦਰਸ਼ਨ ਕਰਕੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆ, ਵਾਹਿਗੁਰੂ ਚੇਤੇ ਆ ਜਾਏ, ਜਿਹਦੇ ਪਾਸ ਬੈਠ ਕੇ ਮਨ ਵਿੱਚੋਂ ਦੂਜੇ ਖਿਆਲ ਰੁਕ ਜਾਣ, ਦੂਜਾ ਫੁਰਨਾ ਹੀ ਨਾ ਕੋਈ ਫੁਰੇ, ਕੇਵਲ ਵਾਹਿਗੁਰੂ ਦੀ ਭਗਤੀ ਦਾ ਹੀ ਅੰਦਰ ਖਿਆਲ ਚੱਲ ਪਵੇ, ਮਨ ਤਪਿਆ ਹੋਇਆ ਸੀਤਲ ਹੋ ਜਾਏ, ਉਹਦੀ ਕਰਨੀ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਇਹ ਸੰਤ ਅਵਸਥਾ ਨੂੰ ਪ੍ਰਾਪਤ ਕਰ ਚੁੱਕਾ ਹੈ। ਸਾਧੂ ਦੀ ਸੰਤ ਦੀ ਅਵਸਥਾ ਬੜੀ ਕਠਿਨ ਹੈ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ, ਕਵਿਤਾ ਵਿੱਚ ਬੜਾ ਸੁੰਦਰ ਕੀਤਾ ਹੈ। ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟਕ ਹੈ, ਤਾਤੇ ਹੋਏ ਦੀਪਕ ਜਰਾਇਓ ਜਿਆਰੋ ਜੀ। जैसे रोम रोम कर काटिया अजा को तान, ताकि बाजै तात राग रागनी सो प्यारो जी। जैसे तो उटाए दर्पण कीजै लोस्ट सेती, ताही ते कर गह मुख देखत संसारो जी। तैसे दुख भोग सुध साधन कै साध भये, ताही ते करत जगत को निस्तारो जी। भाई गुरदास जी कहते हैं ਇਹ ਤਿੰਨ ਤਰ੍ਹਾਂ ਦੀ ਬੜੀ ਕਠਿਨ ਘਾਲਣਾ ਉਹਨਾਂ ਨੇ ਇਸ ਦਾ ਆਪ ਜ਼ਿਕਰ ਕੀਤਾ ਹੈ ਕਿ ਜਿਵੇਂ ਇਹ ਤਿੰਨ ਬੜੇ ਕਠਿਨ ਮਾਰਗ ਹੈ। ਜਿਵੇਂ ਬੱਕਰੀ ਦੀਆਂ ਆਂਦਰਾਂ ਦਾ ਰੋਮ ਰੋਮ ਕੱਟ ਕੇ ਉਹਦੇ ਵਿੱਚੋਂ ਤਾਰਾਂ ਬਣਾਈਆਂ ਜਾਂਦੀਆਂ, ਬੱਕਰੀ ਨੂੰ ਆਪਣੀ ਜਾਨ ਦੇ ਕੇ ਆਪਣਾ ਆਪ ਨਿਸ਼ਾਵਰ ਕਰਕੇ ਫਿਰ ਕਿਤੇ ਉਹ ਰਾਗ ਰਾਗਣੀਆਂ ਨੂੰ ਗਾਉਣ ਦੇ ਉਹਦੀਆਂ ਤਾਰਾਂ ਯੋਗ ਬਣਦੀਆਂ। ਔਰ ਇਸੇ ਹੀ ਤਰ੍ਹਾਂ ਤੇਲਾਂ ਦਾ ਜਿਹੜਾ ਤੇਲ ਹੈ ਉਸ ਨੂੰ ਆਪਣੇ ਆਪ ਨੂੰ ਕੋਹਲੂ ਵਿੱਚ ਪਾ ਕੇ ਪੜਾਉਣਾ ਪੈਂਦਾ, ਫਿਰ ਕਿਤੇ ਜਾ ਕੇ ਉਹ ਦੀਵੇ ਵਿੱਚ ਜਗਦਾ। ਸ਼ੀਸ਼ਾ ਹਰ ਕੋਈ ਦੇਖਦਾ ਹੱਥ ਵਿੱਚ ਫੜ ਕੇ, ਪਰ ਸ਼ੀਸ਼ੇ ਵਾਲੀ ਮਿੱਟੀ ਨੂੰ ਅੱਗ ਦੀਆਂ ਭੱਠੀਆਂ ਦੇ ਵਿੱਚ ਪਤਾ ਨਹੀਂ ਕਿੰਨੀ ਵਾਰੀ ਸੜਨਾ ਪਿਆ, ਢਾਲਣਾ ਪਿਆ, ਫਿਰ ਕਿਤੇ ਜਾ ਕੇ ਉਹ ਲੋਕਾਂ ਦੀਆਂ ਸ਼ਕਲਾਂ ਦਿਖਾਉਣ ਵਾਸਤੇ ਯੋਗ ਹੋ ਸਕਿਆ। ਇਸੇ ਤਰ੍ਹਾਂ ਸਾਧੂ ਸੰਤ ਨੇ ਸਾਰੀ ਜ਼ਿੰਦਗੀ ਪਰਮੇਸ਼ਰ ਦੀ ਸੇਵਾ ਔਰ ਸਿਮਰਨ ਭਗਤੀ ਦੀ ਘਾਲਣਾ ਘਾਲਦਿਆਂ ਹੋਇਆਂ, ਘਾਲਣਾ ਤੋਂ ਬਿਨਾਂ ਸਾਸ ਗਰਾਸ ਦੀ ਅਵਸਥਾ ਨਹੀਂ ਪ੍ਰਾਪਤ ਹੁੰਦੀ। ਸੋ ਐਸੀ ਘਾਲਣਾ ਨੂੰ ਘਾਲਦਿਆਂ ਵਿਕਾਰਾਂ ਦੀ ਅੱਗ ਨੂੰ ਜਿਸ ਨੇ ਸ਼ਾਂਤ ਕਰ ਲਿਆ, ਔਰ ਜਿਹਦਾ ਹਿਰਦਾ ਔਰ ਮਨ ਤਨ ਐਨ ਬਿਲਕੁਲ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਜਿਹਦੇ ਹਿਰਦੇ ਵਿੱਚ ਅੱਠੇ ਪਹਿਰ ਪ੍ਰਵਾਹ ਚੱਲਦਾ ਵਾਹਿਗੁਰੂ ਦੇ ਨਾਮ ਦਾ, ਉਹ ਸੰਤ ਹੈ। ਐਸੇ ਸੰਤ ਦੇ ਅੱਗੇ ਸੇਵਾ ਕੀਤੀ ਹੋਈ, ਐਸੇ ਗੁਰਮੁਖ ਦੇ ਅੱਗੇ ਪਾਣੀ ਢੋਇਆ ਹੋਇਆ, ਝੱਲਿਆ ਹੋਇਆ ਪੱਖਾ, ਪੀਸੇ ਹੋਏ ਦਾਣੇ ਲੰਗਰ ਵਿੱਚ ਪਾਈ ਹੋਈ ਸੇਵਾ ਕੀਤੀ ਸਫਲੀ ਹੈ। ਪਾਣੀ ਪੱਖਾ ਪੀਸੋ ਸੰਤ ਆਗੈ। ਕਈ ਵਾਰੀ ਆਪਾਂ ਸਵਾਲ ਕਰ ਦਿੰਦੇ ਹਾਂ ਜੀ, ਪਾਣੀ ਪਿਆਉਣ ਦੀ ਕੀ ਲੋੜ ਹੈ? ਪਾਣੀ ਲਈ ਤਾਂ ਨਲਕੇ, ਟੂਟੀਆਂ, ਮੋਟਰਾਂ ਬਹੁਤ ਲੱਗੀਆਂ ਹੋਈਆਂ, ਜਿੱਥੋਂ ਮਰਜ਼ੀ ਬੰਦਾ ਪਾਣੀ ਪੀ ਲਵੇ। ਹੱਥੀ ਪੱਖਾ ਝੱਲਣ ਦੀ ਕੀ ਲੋੜ ਹੈ? ਬਿਜਲੀ ਦੇ ਯੰਤਰ ਐਸੇ ਪੈਦਾ ਹੋ ਗਏ ਹੈ, ਪੱਖੇ ਚੱਲ ਪਏ ਆ, ਪੱਖੇ ਚੱਲ ਰਹੇ ਆ, ਏਸੀ ਚੱਲ ਰਹੇ ਆ, ਕਮਰਿਆਂ ਨੂੰ ਕੂਲ ਕਰਦੇ ਜਾ ਰਹੇ ਆ, ਸੀਤਲਤਾ ਦੇ ਰਹੇ ਆ। ਜਿਵੇਂ ਹੁਣ ਵੀ ਪੱਖੇ ਚੱਲ ਰਹੇ ਆ ਕਿ ਠੰਡਕ ਪਹੁੰਚਾ ਰਹੇ ਆ, ਫਿਰ ਪੱਖਾ ਝੱਲਣ ਦੀ ਕੀ ਲੋੜ ਹੈ? ਚੱਕੀਆਂ ਵਿੱਚ ਦਾਣੇ ਪੀਸ ਕੇ ਪੀਸਣ ਦੀ ਕੀ ਲੋੜ ਹੈ ਜਦੋਂ ਮਸ਼ੀਨਾਂ ਹੀ ਦਾਣਿਆਂ ਨੂੰ ਪੀ ਰਹੀਆਂ ਹਨ? ਇਹ ਸਵਾਲ
ਸਾਡੇ ਮਨਾਂ ਵਿੱਚ ਵੀ ਆ ਜਾਂਦਾ। ਕਈ ਵਾਰੀ ਤਰਕ ਬੁੱਧੀ ਵਾਲੇ ਲੋਕ ਜਾਣ ਕੇ ਇਹਨਾਂ ਸਵਾਲਾਂ ਨੂੰ ਦੁਬਾਰਾ ਪੈਦਾ ਕਰਦੇ ਆ। ਪਰ ਸਾਧ ਸੰਗਤ ਜੀ, ਦਮਦਮੀ ਟਕਸਾਲ ਦੇ 10ਵੇਂ ਮੁਖੀ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਇਹ ਗੱਲ ਕਿਹਾ ਕਰਦੇ ਸਨ। ਇਹ ਬਚਨ ਉਹਨਾਂ ਦੇ ਮੁਖਾਰ ਬਿੰਦਾ ਹੈ ਕਿ ਠੀਕ ਹੈ, ਨਲਕੇ ਤੋਂ ਪਾਣੀ ਪੀ ਲਓਗੇ, ਟੂਟੀਆਂ ਤੋਂ ਪਾਣੀ, ਖੂਹਾਂ ਤੋਂ ਪਾਣੀ ਪੀ ਲਓਗੇ, ਪੱਖੇ ਦੇ ਅੱਗੇ ਸੀਤਲਤਾ ਲੈ ਲਓਗੇ, ਦਾਣੇ ਮਸ਼ੀਨਾਂ ਵਿੱਚ ਪੀਸੇ ਹੋਏ ਲੈ ਲਓਗੇ, ਪਰ ਇਹਨਾਂ ਨਾਲ ਮਨ ਦੀ ਮੈਲ ਨਹੀਂ ਦੂਰ ਹੁੰਦੀ। ਹੰਕਾਰ ਨਹੀਂ ਇਹਨਾਂ ਨਾਲ ਦੂਰ ਹੁੰਦਾ। ਹੰਕਾਰ ਉਦੋਂ ਲੈਂਦਾ ਜਦੋਂ ਬੰਦਾ ਆਪ ਹੱਥੀਂ ਸੇਵਾ ਕਰਦਾ। ਨਵਾਬ ਕਪੂਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਖਾਲਸੇ ਨੂੰ ਲੱਕ ਬੰਨ੍ਹ ਕੇ ਆਪ ਪੱਖਾ ਝੱਲਣ ਦੀ ਸੇਵਾ ਕਰਿਆ ਕਰਦੇ ਸਨ। ਸੰਗਤਾਂ ਨੂੰ ਪੱਖਾ ਝੱਲਿਆ ਕਰਦੇ ਸਨ ਗਰਮੀ ਦੀ ਰੁੱਤ ਵਿੱਚ। ਔਰ ਭਾਈ ਮੀਹਾਂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਧਮਧਾਨ ਸਾਹਿਬ ਸੰਗਤਾਂ ਨੂੰ ਸਾਰਾ ਦਿਨ ਜਲ ਛਕਾਉਣ ਦੀ ਸੇਵਾ ਕਰਦੇ, ਜਿਨ੍ਹਾਂ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰਕ ਥਾਪ ਕੇ, ਜਿਨ੍ਹਾਂ ਦਾ ਨਾਮ ਹੀ ਭਾਈ ਮੀਹਾਂ ਸਾਹਿਬ ਰੱਖ ਕੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ, ਨਗਾਰਾ ਤੇ ਬੈਲ ਦਿੱਤਾ ਕਿ ਜਾਓ ਪੂਰਬ ਦੇ ਇਲਾਕੇ ਤੱਕ ਸਿੱਖੀ ਦਾ ਪ੍ਰਚਾਰ ਕਰੋ। ਭਾਈ ਹੇਮਾ ਜੀ ਚੱਕੀ ਨਾਲ ਦਾਣੇ ਪੀਸ ਕੇ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਕਰਿਆ ਕਰਦੇ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਜਦੋਂ ਖਾਨਪੁਰੀ, ਜਿੱਥੇ ਅੱਜ ਗੁਰਦੁਆਰਾ ਖਾਨ ਛਾਪੜੀ ਸਾਹਿਬ ਹੈ, ਇਸ ਇਲਾਕੇ ਵਿੱਚ ਗਏ, ਨਾਲ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਵਿਧੀ ਚੰਦ ਸਾਹਿਬ, ਐਸੇ ਮਹਾਨ ਗੁਰਸਿੱਖ ਮਹਾਂਪੁਰਖ ਵੀ ਨਾਲ ਸਨ। ਤਾਂ ਬਰਸਾਤ ਪੈਣ ਲੱਗ ਗਈ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਇੱਥੇ ਨੇੜੇ ਨਗਰ ਹੈ ਖਾਨਪੁਰੀ, ਆਪਾਂ ਉੱਥੇ ਜਾ ਕੇ ਕਿਤੇ ਕਿਸੇ ਘਰ ਵਿੱਚ ਕੁਝ ਸਮਾਂ ਆਰਾਮ ਕਰੀਏ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਗੁਰਦਾਸ ਜੀ, ਜਿਹੋ ਜਿਹਾ ਸਮਾਂ ਆ ਬਣੇ ਉਹੋ ਜਿਹਾ ਗੁਜ਼ਾਰ ਲੈਣਾ ਚਾਹੀਦਾ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਠੀਕ ਹੈ। ਪਰ ਬਾਰ-ਬਾਰ ਬੇਨਤੀ ਕਰਨ ਤੋਂ ਮਹਾਰਾਜ ਜਾਣਦੇ ਸਨ ਕਿ ਇੱਥੋਂ ਦੇ ਲੋਕ ਬੜੇ ਹੰਕਾਰੀ, ਸ਼ਰਾਬਾਂ ਵਿੱਚ ਮਸਤ ਰਹਿਣ ਵਾਲੇ, ਮਨਮੁਖ ਨਾਸਤਕ ਖਿਆਲਾਂ ਦੇ ਪਠਾਨ ਲੋਕ ਹਨ। ਇਹਨਾਂ ਨੇ ਜਗ੍ਹਾ ਨਹੀਂ ਦੇਣੀ। ਜਦੋਂ ਭਾਈ ਗੁਰਦਾਸ ਜੀ, ਬਾਬਾ ਵਿਧੀ ਚੰਦ ਜੀ ਨਗਰ ਵਿੱਚ ਗਏ, ਕੋਈ ਕਹਿੰਦਾ ਸਾਡੇ ਘਰ ਵਿੱਚ ਪ੍ਰਾਹੁਣੇ ਆਏ ਆ, ਕੋਈ ਸ਼ਰਾਬ ਪੀ ਰਿਹਾ, ਕੋਈ ਬੇਸਵਾਵਾਂ ਦੇ ਨਾਚ ਗਾਇਨ ਸੁਣ ਰਿਹਾ, ਮਸਤ ਹਨ ਆਪੋ ਆਪਣੇ ਰੰਗਾਂ ਦੇ ਵਿੱਚ। ਸਾਰਿਆਂ ਨੇ ਇਨਕਾਰ ਕਰ ਦਿੱਤਾ। ਭਾਈ ਸਾਹਿਬ ਵਾਪਸ ਆ ਗਏ। ਮਹਾਰਾਜ ਕਹਿੰਦੇ, ਉਦਾਸ ਹੋਣ ਦੀ ਲੋੜ ਨਹੀਂ। ਨਗਰੀ ਦੇ ਬਾਹਰ ਭਾਈ ਹੇਮਾ ਸਾਡਾ ਪਿਆਰਾ ਸਿੱਖ ਰਹਿੰਦਾ, ਉਸ ਦੇ ਘਰੇ ਚੱਲਦੇ ਹਾਂ। ਭਾਈ ਗੁਰਦਾਸ ਜੀ ਨੂੰ, ਗੁਰਸਿੱਖਾਂ ਨੂੰ ਨਾਲ ਲੈ ਕੇ ਭਾਈ ਹੇਮੇ ਦੀ ਝੌਂਪੜੀ ਦੇ ਵਿੱਚ ਸਤਿਗੁਰੂ ਜੀ ਜਦੋਂ ਗਏ, ਭਾਈ ਹੇਮੇ ਨੇ ਵੇਖ ਕੇ ਗਦਗਦ ਮਨ ਹੋ ਗਿਆ। ਆਪਣੇ ਉੱਤੇ ਲਈ ਹੋਈ ਭੂਰੀ ਦੀ ਕੰਬਲੀ ਦੇ ਨਾਲ ਸਤਿਗੁਰੂ ਜੀ ਦੇ ਚਰਨ ਝਾੜ ਕੇ ਆਸਣ ਤੇ ਸਤਿਗੁਰੂ ਜੀ ਨੂੰ ਸੁਭਾਏਮਾਨ ਕੀਤਾ। ਫਿਰ ਹੱਥੀ ਚੱਕੀ ਨਾਲ ਦਾਣੇ ਪੀਸ ਕੇ ਲੰਗਰ ਤਿਆਰ ਕਰਕੇ ਪ੍ਰਸ਼ਾਦਾ ਛਕਾਇਆ। ਮਹਾਰਾਜ ਕਹਿੰਦੇ, ਭਾਈ ਹੇਮਾ ਮੰਗ ਕੀ ਮੰਗਣਾ? ਕਹਿਣ ਲੱਗੇ, ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਨਾਲ, ਨਾਮ ਨਾਲ ਮਨ ਜੁੜਿਆ ਰਹੇ। ਮਹਾਰਾਜ ਕਹਿੰਦੇ, ਕੋਈ ਰਿੱਧੀਆਂ ਸਿੱਧੀਆਂ ਦੀ ਇੱਛਾ? ਕਹਿਣ ਲੱਗੇ, ਨਹੀਂ ਮਹਾਰਾਜ, ਕੋਈ ਦੁਨੀਆ ਦੇ ਕੋਈ ਰਿੱਧੀਆਂ ਸਿੱਧੀਆਂ ਚਾਹੀਦੀਆਂ ਹੀ ਨਹੀਂ ਹਨ। ਚਾਰ ਪਦਾਰਥ ਮੰਗ ਲੈ? ਨਹੀਂ ਮਹਾਰਾਜ। ਕੋਈ ਰਾਜ ਭਾਗ ਮੰਗ ਲੈ? ਨਹੀਂ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ, ਚੰਗਾ, ਨਾਮ ਦੀ ਦਾਤ ਵੀ ਤੈਨੂੰ ਪ੍ਰਾਪਤ ਹੋਈ, ਬ੍ਰਹਮ ਗਿਆਨ ਦੀ ਵੀ ਦਾਤ ਤੈਨੂੰ ਪ੍ਰਾਪਤ ਹੋਈ, ਰਿੱਧੀਆਂ ਸਿੱਧੀਆਂ ਵੀ ਤੇਰੇ ਦਰ ਤੇ ਸਦਾ ਸੇਵਾ ਕਰਿਆ ਕਰਨਗੀਆਂ, ਹਾਜ਼ਰ ਰਿਹਾ ਕਰਨਗੀਆਂ। ਤੇਰੀ ਇੱਛਾ ਹੋਵੇ ਵਰਤ ਲਈ, ਨਹੀਂ ਵਰਤਣੀ ਨਾ ਵਰਤੀ, ਨਹੀਂ ਵਰਤਨੀਆਂ ਨਾ ਵਰਤੀ। ਸੋ ਐਸੇ ਗੁਰਸਿੱਖ ਹੱਥੀ ਚੱਕੀ ਨਾਲ ਪੀਸ ਕੇ ਦਾਣਾ ਸੰਗਤ ਨੂੰ ਪ੍ਰਸ਼ਾਦਾ ਛਕਾਉਣਾ।
ਅੰਮ੍ਰਿਤ ਵੇਲੇ ਇੱਕ ਦਿਨ ਮੁਰਾਲੇ ਨਗਰ ਵਿੱਚ ਮਹਾਂਪੁਰਖ ਗੁਰਬਾਣੀ ਦੀ ਕਥਾ ਕਰ ਰਹੇ ਸਨ। ਮਹਾਤਮਾ ਸੰਤ ਬਾਬਾ ਬਿਸ਼ਨ ਸਿੰਘ ਜੀ, ਉਹਨਾਂ ਨੇ ਕਥਾ ਕਰਦਿਆਂ ਇੱਕ ਸਵਾਲ ਸੰਗਤ ਦੇ ਵਿੱਚ ਰੱਖਿਆ। ਕਹਿਣ ਲੱਗੇ, ਭਾਈ ਸਭ ਤੋਂ ਉੱਤਮ ਸੇਵਾ ਕਿਹੜੀ ਹੈ, ਕਿਹੜੀ ਸੇਵਾ ਕਰਨੀ ਚਾਹੀਦੀ ਹੈ? ਤਾਂ ਸੰਗਤ ਵਿੱਚੋਂ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਮੁਖੀ, ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਬ੍ਰਹਮ ਗਿਆਨੀ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪਿਤਾ ਬਾਬਾ ਖਜਾਨ ਸਿੰਘ ਜੀ ਕਥਾ ਸੁਣ ਰਹੇ ਸਨ। ਉਹ ਉੱਠ ਕੇ ਖੜੇ ਹੋ ਗਏ, ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਮਹਾਂਪੁਰਖੋ, ਸੂਰਜ ਨੂੰ ਦੀਵਾ ਦਿਖਾਉਣ ਦੀ ਲੋੜ ਨਹੀਂ ਹੁੰਦੀ, ਸੂਰਜ ਆਪ ਪ੍ਰਕਾਸ਼ ਸਰੂਪ ਹੈ। ਇਸ ਕਰਕੇ ਚੰਦਰਮਾ ਨੂੰ ਵੀ ਨਹੀਂ ਪ੍ਰਕਾਸ਼ ਦਿਖਾਉਣ ਦੀ ਲੋੜ ਹੈ। ਆਪ ਨਾਲੋਂ ਕੌਣ ਵੱਡਾ ਗਿਆਨਵਾਨ ਹੈ ਕਿ ਤੁਹਾਨੂੰ ਅਸੀਂ ਦਸੀਏ? ਕਹਿਣ ਲੱਗੇ, ਨਹੀਂ ਭਾਈ, ਸਾਡਾ ਫੁਰਨਾ ਹੈ। ਤਾਂ ਕਹਿਣ ਲੱਗੇ, ਜੀ ਸਭ ਤੋਂ ਉੱਤਮ ਸੇਵਾ ਚੱਕੀ ਨਾਲ ਆਟਾ ਪੀਸ ਕੇ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾ ਕੇ ਸੰਗਤ ਨੂੰ ਛਕਾਉਣੇ, ਇਹ ਸਭ ਤੋਂ ਉੱਤਮ ਤੇ ਮਹਾਨ ਸੇਵਾ ਹੈ। ਕਰਨੀ ਵਾਲੇ ਮਹਾਂਪੁਰਸ਼ਾਂ ਦੀ ਘਾਲਣਾ ਕੈਸੀ ਮਹਾਨ ਹੁੰਦੀ ਹੈ। ਉਸੇ ਦਿਨ ਤੋਂ ਆਪ ਚੱਕੀ ਨਾਲ ਦਾਣੇ ਪੀਸਣੇ ਸ਼ੁਰੂ ਕਰ ਦਿੱਤੇ। ਅੰਮ੍ਰਿਤ ਵੇਲੇ ਜਿਹੜੀ ਦੇਗ ਬਣਦੀ, ਰੋਜ਼ਾਨਾ ਤਾਜ਼ਾ ਆਟਾ ਆਪਣੇ ਹੱਥੀਂ ਪੀਸ ਕੇ ਦੇਗ ਵਿੱਚ ਔਰ ਲੰਗਰ ਦੇ ਵਿੱਚ ਪਾਇਆ ਕਰਦੇ। ਦੇਗ ਤਿਆਰ ਕਰਕੇ ਫਿਰ 2 ਘੰਟੇ ਗੁਰਬਾਣੀ ਦੀ ਕਥਾ ਸੰਗਤ ਨੂੰ ਸਰਵਣ ਕਰਵਾਉਣੀ, ਫਿਰ ਆਪ ਤੰਦੂਰ ਤੇ ਹੱਥੀਂ ਪ੍ਰਸ਼ਾਦੇ ਪਕਾ ਕੇ ਸੰਗਤਾਂ ਨੂੰ ਛਕਾਉਣੇ। ਲੰਮਾ ਸਮਾਂ, ਕਈ ਸਾਲ ਐਸੀ ਮਹਾਨ ਘਾਲਣਾ ਉਹ ਬ੍ਰਹਮ ਵੇਤੇ ਮਹਾਂਪੁਰਖ ਕਰਦੇ ਰਹੇ। ਔਰ ਉਹਨਾਂ ਤੋਂ ਬਾਅਦ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਵੀ ਜਿੰਨਾ ਚਿਰ ਮੁਰਾਲੇ ਉਹਨਾਂ ਮਹਾਂਪੁਰਖਾਂ ਦੇ ਪਾਸ ਰਹੇ, ਹੱਥੀਂ ਚੱਕੀ ਪੀਸਣ ਦੀ ਸੇਵਾ ਆਪ ਕਰਿਆ ਕਰਦੇ ਸਨ। ਸੋ ਐਸੀਆਂ ਮਹਾਨ ਘਾਲਣਾ, ਮਹਾਨ ਸੇਵਾਵਾਂ ਗੁਰਸਿੱਖਾਂ ਨੇ ਆਪਣੇ ਜੀਵਨ ਵਿੱਚ ਕੀਤੀਆਂ ਹਨ। ਸੋ ਇਸ ਕਰਕੇ ਪਾਣੀ ਪੱਖਾ ਪੀਸੋ ਸੰਤ ਆ ਗਏ। ਸੰਤ ਅਵਸਥਾ ਦਾ ਗੁਰਮੁਖ ਦਾ ਨਾਮ ਵੀ ਹੈ, ਸੰਤ ਸਤਿਗੁਰੂ ਦਾ ਨਾਮ ਵੀ ਹੈ। ਸੰਤ ਤੋਂ ਸ੍ਰੇਸ਼ਟ ਸਤਿਗੁਰਾਂ ਦੇ ਦਰ ਦੇ ਅੱਗੇ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ, ਜਿਵੇਂ ਧੰਨ ਬਾਬਾ ਸਬਾਇਆ ਸਿੰਘ ਸਾਹਿਬ ਜੀ ਉੱਤਰ ਤੇ ਪੂਰਬ ਦੇ ਕੋਨੇ ਵਾਲੀ ਜਿਹੜੀ ਛਬੀਲ ਹੈ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਕਿਨਾਰੇ, ਇਹ ਧੰਨ ਸੰਤ ਬਾਬਾ ਸਵਾਇਆ ਸਿੰਘ ਜੀ ਦੀ ਯਾਦ ਵਿੱਚ ਬਣਾਈ ਗਈ ਸੀ। ਉਹ ਮਹਾਂਪੁਰਖ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਕਿੰਨੀ ਵੱਡੀ ਸੇਵਾ ਕਰਦੇ। ਗਰਮੀ ਦੀ ਰੁੱਤ ਵਿੱਚ ਉਦੋਂ ਸਾਧ ਸੰਗਤ ਜੀ ਅਜੇ ਜਲ ਛਕਾਉਣ ਦੇ ਬਹੁਤੇ ਸਾਧਨ ਨਹੀਂ ਸਨ, ਛਬੀਲਾਂ ਨਹੀਂ ਲੱਗੀਆਂ ਹੋਈਆਂ ਸਨ। ਆਪ ਜੀ ਨੇ ਖੂਹਾਂ ਤੋਂ ਠੰਡਾ ਜਲ ਭਰ ਭਰ ਕੇ ਘੜਿਆਂ ਦੇ ਵਿੱਚ ਲੈ ਕੇ ਆਉਣਾ ਤੇ ਬਾਟੇ ਸੁਕਮਾਂਡ ਕਰਕੇ ਪ੍ਰਕਰਮਾਂ ਦੇ ਵਿੱਚ ਸਾਰਾ ਦਿਨ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਨੀ, ਆਪ ਸੰਗਤਾਂ ਨੂੰ ਜਲ ਵਰਤਾਉਣ ਦੀ ਸੇਵਾ ਕਰਨੀ, ਔਰ ਕੋਲੇ ਵੀ ਸੰਗਤਾਂ ਦੇ ਝੂਠੇ ਆਪ ਮਾਂਜਣੇ। ਐਡੀ ਵੱਡੀ ਮਹਾਨ ਸੇਵਾ ਪ੍ਰਭੂ ਦੇ ਪਿਆਰੇ ਸਤਿਪੁਰਸ਼ ਮਹਾਂਪੁਰਖ ਕਰਦੇ ਰਹੇ। ਇਸ ਕਰਕੇ ਜਲ ਛਕਾਉਣਾ, ਸੰਗਤ ਨੂੰ ਪੱਖਾ ਝੱਲਣਾ ਔਰ ਚੱਕੀ ਦੇ ਵਿੱਚ ਆਟਾ ਪੀਸ ਕੇ ਸੰਗਤ ਨੂੰ ਪ੍ਰਸ਼ਾਦੇ ਬਣਾ ਕੇ ਛਕਾਉਣੇ। ਮਹਾਂਪੁਰਖ ਸੰਤ ਬਾਬਾ ਮਿੱਤ ਸਿੰਘ ਜੀ ਗੁਰਦੁਆਰਾ ਮਾਤਾ ਸਾਹਿਬ ਦੇਵ ਕੌਰ ਜੀ ਵਾਲੇ ਆਪ ਕਈ ਵਾਰੀ ਆਟਾ ਪੀਸ ਕੇ ਸੰਗਤਾਂ ਨੂੰ ਪ੍ਰਸ਼ਾਦੇ ਪਕਾ ਕੇ ਆਪ ਛਕਾਇਆ ਕਰਦੇ ਸਨ। ਸੋ ਸਾਧ ਸੰਗਤ ਜੀ, ਐਸੇ ਗੁਰਸਿੱਖ ਗੁਰਮੁਖ ਆਤਮਾਵਾਂ ਹੋਈਆਂ ਜਿਨ੍ਹਾਂ ਨੇ ਇਸ ਸੇਵਾ ਨੂੰ ਆਪਣੇ ਹੱਥੀਂ ਕੀਤਾ ਤੇ ਕਰਕੇ ਵਿਖਾਇਆ, ਔਰ ਉਹ ਪੂਰਨ ਸੰਤ ਵੀ ਸਨ। ਇਸ ਕਰਕੇ ਮਹਾਰਾਜ ਕਹਿੰਦੇ, ਪਾਣੀ ਪੱਖਾ ਪੀਸੋ ਸੰਤ ਆਗੈ। ਇਹ ਪਰਮੇਸ਼ਰ ਦੇ ਦਰ ਦੀ ਜਿਹੜੀ ਸੇਵਾ ਕਰਨੀ ਹੈ, ਜਲ ਛਕਾਉਣਾ, ਪਾਣੀ ਪਿਆਉਣਾ, ਗਰਮੀ ਵਿੱਚ ਪੱਖਾ ਝੱਲਣਾ ਔਰ ਚੱਕੀ ਨਾਲ ਦਾਣਾ ਆਟਾ ਪੀਸ ਕੇ ਪ੍ਰਸ਼ਾਦੇ ਛਕਾਉਣੇ ਹਨ। ਇਹ ਸੇਵਾ ਆਪਣੇ ਸ੍ਰੇਸ਼ਟ ਸਤਿਗੁਰੂ ਦੇ ਦਰ ਤੇ ਇਹ ਗੁਰਸਿੱਖ ਕਰਿਆ ਕਰ। ਸੰਤ ਸਾਧ ਨਾਮ ਨਿਰਮਲਤਾ ਕੇ ਕਰਮ, ਜਿਹੜੇ ਐਸੇ ਨਿਰਮਲ ਕਰਮ ਕਰਨ ਵਾਲੇ ਗੁਰਸਿੱਖ ਆਤਮਾਵਾਂ
ਮਹਾਂਪੁਰਖਾਂ ਨੂੰ ਉਹਨਾਂ ਦੀ ਆਗਿਆ ਵਿੱਚ ਰਹਿ ਕੇ, ਉਹਨਾਂ ਦਾ ਬਚਨ ਮੰਨਣ ਰੂਪ ਆਗਿਆ ਵਿੱਚ ਰਹਿ ਕੇ ਇਹ ਸੇਵਾ ਉਹਨਾਂ ਦੇ ਅੱਗੇ ਹਮੇਸ਼ਾ ਨਿਮਰਤਾ ਧਾਰ ਕੇ ਕਰਿਆ ਕਰ। ਆਗਿਆ ਸਮ ਨਹੀਂ ਸਾਹਿਬ ਸੇਵਾ, ਆਗਿਆ ਮੰਨਣ ਨਾਲੋਂ ਵੱਡੀ ਹੋਰ ਕੋਈ ਸੇਵਾ ਨਹੀਂ। ਸੰਤ ਕਿਉਂ ਆਗਿਆ ਕਰਦਾ ਕਿ ਭਾਈ ਤੂੰ ਪਾਣੀ ਛਕਾਇਆ ਕਰ, ਸੰਗਤ ਨੂੰ ਠੰਡਾ ਜਲ ਛਕਾਇਆ ਕਰ, ਗਰਮੀ ਦੀ ਰੁੱਤ ਵਿੱਚ ਪੱਖਾ ਝੱਲਿਆ ਕਰ, ਚੱਕੀ ਨਾਲ ਆਟਾ ਪੀਸਿਆ ਕਰ। ਉਹ ਤਾਂ ਆਗਿਆ ਕਰਦਾ ਕਿ ਜਲ ਛਕਾਉਣ ਨਾਲ ਤੇਰਾ ਤਪਿਆ ਮਨ ਸੀਤਲ ਹੋ ਜਾਏਗਾ। ਜਿਵੇਂ ਪੱਖਾ ਠੰਡੀ ਹਵਾ ਦਿੰਦਾ, ਗਰਮ ਹਵਾ ਨੂੰ ਦੂਰ ਕਰ ਦਿੰਦਾ, ਇਸੇ ਤਰ੍ਹਾਂ ਤੇਰੇ ਅੰਦਰੋਂ ਵਕਾਰਾਂ ਦੀ ਤਪਸ਼ ਦੂਰ ਹੋ ਜਾਏਗੀ, ਸੀਤਲਤਾ ਆ ਜਾਏਗੀ। ਔਰ ਚੱਕੀ ਦੇ ਵਿੱਚ ਜਿਵੇਂ ਦਾਣੇ ਪੀਸੇ ਜਾਂਦੇ ਹੈ, ਇਸੇ ਤਰ੍ਹਾਂ ਤੇਰੇ ਵਕਾਰਾਂ ਨੂੰ ਉਹ ਪੀਸ ਦਵੇਗਾ, ਮੇਟ ਦਵੇਗਾ, ਜੇ ਤੂੰ ਆਪਣੇ ਸਤਿਗੁਰੂ ਦੇ ਦਰ ਤੇ ਸੰਗਤ ਦੀ ਇਸ ਤਰ੍ਹਾਂ ਸੇਵਾ ਕਰੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਪਾਣੀ ਪੱਖਾ ਪੀਸੋ ਸੰਤ ਆਗੈ। ਪ੍ਰਭੂ ਦੇ ਪਿਆਰਿਆਂ ਦੇ ਅੱਗੇ ਪਾਣੀ ਕਿਹੜਾ? ਪ੍ਰੇਮ ਰੂਪ ਜਲ ਪੀਣਾ ਕਰ। ਔਰ ਸਤਿਗੁਰੂ ਦੇ ਦਰ ਦਾ, ਪਰਮੇਸ਼ਰ ਦੇ ਦਰ ਦਾ ਪੱਖ ਲੈਣਾ ਕਰ। ਪੱਖਾ ਕੀ ਝੱਲਣਾ? ਪੱਖ ਲੈਣਾ। ਔਰ ਸਰਵਣ ਮੰਨਣ ਰੂਪ ਜੋ ਦੋ ਸਾਧਨ ਹੈ, ਇਹ ਦੋ ਪੁੜਾਂ ਦੇ ਵਿੱਚ ਆਪਣੇ ਵਿਕਾਰਾਂ ਨੂੰ, ਆਪਣੀਆਂ ਵਾਸ਼ਨਾਵਾਂ ਨੂੰ ਪੀਸਣਾ ਕਰ। ਗੁਣ ਗੋਬਿੰਦ ਜਸ ਗਾਈ, ਗੋਬਿੰਦ ਜੋ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਗੁਣਾਂ ਨੂੰ, ਸਦਾ ਵਾਸਦੇ ਉਸ ਦੀ ਮਹਿਮਾ ਨੂੰ ਰਸਨਾ ਨਾਲ ਗਾਇਆ ਕਰ। ਸਾਸ ਸਾਸ ਮਨ ਨਾਮ ਸਮਾਰ, ਪਹਿਲਾਂ ਜਾਪ ਕਰਨਾ, ਰਸਨਾ ਗੁਣ ਗੋਪਾਲ ਨਿਧ ਗਾਇਣ। ਜਦੋਂ ਜਾਪ ਕਰਦਿਆਂ ਕਰਦਿਆਂ ਮਨ ਥੱਕ ਜਾਏ, ਫਿਰ ਸਵਾਸ ਪਰ ਸਵਾਸ ਮਨ ਵਿੱਚ ਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਨੂੰ ਚੇਤੇ ਕਰਨਾ। ਪਹਿਲਾਂ ਬਾਣੀ ਪੜ੍ਹਨੀ, ਫਿਰ ਨਾਮ ਜਪਣਾ, ਫਿਰ ਸਵਾਸ ਸਵਾਸ ਸਿਮਰਨ ਕਰਨਾ। ਇਹ ਤਿੰਨੇ ਸਾਧਨ ਹਨ। ਪਹਿਲਾਂ ਜਾਪ ਦਾ ਸਾਧਨ ਹੈ, ਫਿਰ ਸਿਮਰਨ ਦਾ ਸਾਧਨ ਹੈ, ਔਰ ਇਹਦੇ ਨਾਲ ਸੇਵਾ ਦਾ ਸਾਧਨ ਹੈ। ਸੇਵਾ ਦੀ ਮਹਾਨਤਾ ਕਿੱਡੀ ਵੱਡੀ ਹੈ। ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸ਼ਕਾਮਤਾ ਨਾਲ ਪਾਣੀ ਸੰਗਤਾਂ ਨੂੰ ਠੰਡਾ ਜਲ ਛਕਾਉਂਦਾ ਹੈ, ਪੱਖਾ ਝੱਲਦਾ ਗਰਮੀ ਦੀ ਰੁੱਤ ਦੇ ਵਿੱਚ, ਦਾਣੇ ਚੱਕੀ ਵਿੱਚ ਪੀਸ ਕੇ ਸੇਵਾ ਕਰਦਾ ਹੈ, ਨਿਸ਼ਕਾਮਤਾ ਨਾਲ ਬਿਨਾਂ ਇੱਛਾ ਤੋਂ, ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਡੀ ਵੱਡੀ ਸੇਵਾ ਦਾ ਫਲ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਤੱਕ ਗੁਰਸਿੱਖ ਇਹ ਸਾਰੀਆਂ ਸੇਵਾਵਾਂ ਕਰਕੇ ਘਾਲਣਾ ਘਾਲਦੇ ਰਹੇ ਹਨ। ਔਰ ਜੇ ਭਾਈ ਕੋਈ ਕਾਮਨਾ ਹੈ ਮਨ ਦੇ ਵਿੱਚ ਕਿ ਸਾਡੀ ਆ ਇੱਛਾ ਪੂਰੀ ਹੋ ਜਾਏ, ਤਾਂ ਸਤਿਗੁਰ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਸੰਤ ਬਾਬਾ ਸੁੰਦਰ ਸਿੰਘ ਜੀ ਨਗਰ ਤਖਤੂਪੁਰੇ ਵਿੱਚ ਧੰਨ ਗੁਰੂ ਨਾਨਕ ਸਾਹਿਬ 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਦੇ ਅਸਥਾਨ ਦੀ ਸੇਵਾ ਕਰਵਾ ਰਹੇ ਸਨ। ਉਦੋਂ ਉਹਨਾਂ ਸਮਿਆਂ ਵਿੱਚ ਸਾਧ ਸੰਗਤ ਜੀ ਚੂਨਾ ਰੋੜ ਇਕੱਠੇ ਕਰਨੇ, ਧੋ ਕੇ ਸਾਫ਼ ਕਰਕੇ ਉਹਨਾਂ ਨੂੰ ਅੱਗ ਵਿੱਚ ਸਾੜਨਾ, ਫਿਰ ਵੱਡੇ ਵੱਡੇ ਚੱਕਾਂ ਵਿੱਚ ਪੀਸਣਾ, ਫਿਰ ਰਲਾ ਕੇ ਚਣਾਈ ਦੇ ਕੰਮ ਵਿੱਚ ਲਿਆ ਜਾਂਦਾ ਸੀ। ਔਰ ਮਹਾਂਪੁਰਖ ਉਸ ਅਸਥਾਨ ਦੀ ਸੇਵਾ ਸੰਗਤਾਂ ਨੂੰ ਨਾਲ ਲੈ ਕੇ ਆਪ ਕਰਵਾ ਰਹੇ ਸਨ। ਅੰਗਰੇਜ਼ ਰਾਜ ਦਾ ਸਮਾਂ ਸੀ। ਹੁਣ ਜਦੋਂ ਚੂਨਾ ਰਲਾਉਣਾ ਹੁੰਦਾ ਸੀ, ਉਹਦੇ ਵਿੱਚ ਵੱਡੇ ਵੱਡੇ ਨੌਜਵਾਨ ਵੀ ਅੰਦਰ ਨਹੀਂ ਵੜਦੇ, ਜਿਵੇਂ ਕਹਾਣੀ ਕਰਦੇ ਸਨ ਨਾ ਲੋਕ ਪੁਰਾਣੇ ਸਮਿਆਂ ਵਿੱਚ ਮਿੱਟੀ ਦੀ। ਉਹ ਚੂਨੇ ਨੂੰ ਰਲਾਉਣਾ ਪੈਂਦਾ ਸੀ। ਲੱਤਾਂ ਤੇ ਹੱਥਾਂ ਪੈਰਾਂ ਵਿੱਚ ਬਹੁਤ ਵੱਡੇ ਵੱਡੇ ਜ਼ਖਮ ਹੋ ਜਾਣੇ ਔਰ ਖੂਨ ਵਗਣ ਲੱਗ ਪੈਣਾ। ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸੰਗਤ ਦੇ ਸੁੱਤਿਆਂ ਸੁੱਤਿਆਂ ਰਾਤ ਨੂੰ ਆਪ ਉਹ ਸਾਰਾ ਚੂਨਾ ਕਈ ਨਾਲ ਰਲਾ ਕੇ ਤਿਆਰ ਕਰ ਦੇਣਾ, ਕਿਸੇ ਨੂੰ ਪਤਾ ਵੀ ਨਾ ਲੱਗਣ ਦੇਣਾ। ਔਰ ਐਡੀ ਵੱਡੀ ਸੇਵਾ ਕਰਦਿਆਂ ਕਰਦਿਆਂ ਸਾਰਾ ਨਗਰ, ਸਾਰਾ ਇਲਾਕਾ ਇਸ ਸੇਵਾ ਵਿੱਚ ਆਇਆ ਕਰਦਾ ਸੀ। ਕੁਝ ਨੌਜਵਾਨ ਨਗਰ ਦੇ ਚੱਕਾਂ ਦੇ ਵਿੱਚ ਚੂਨਾ ਪੀਸਣ ਵਾਸਤੇ ਨਾ ਆਏ। ਮਹਾਂਪੁਰਸ਼ ਕਹਿਣ ਲੱਗੇ, ਭਾਈ
ਉਹ ਕਿਉਂ ਨਹੀਂ ਆਏ ਚੱਕਾਂ ਦੇ ਵਿੱਚ ਚੂਨਾ ਪੀਸਣ ਵਾਸਤੇ? ਕਹਿੰਦੇ ਜੀ ਲੁਕ ਗਏ, ਗਰਮੀ ਬਹੁਤੀ ਹੈ, ਭਾਦਰੋਂ ਦਾ ਮਹੀਨਾ ਹੈ। ਉਹ ਸੇਵਾ ਕਰਨ ਵੱਲੋਂ ਜਾ ਕੇ ਲੁਕ ਗਏ, ਟਾਲਾ ਵੱਟ ਗਏ।